तेरा भला हुआ मेरे सर से टली बला बला कबीरा भला। आहा, a beautiful Chinese wise man। हाँ जी, ਮੈਨੂੰ ਨਹੀਂ ਸੀ ਲੱਗਦਾ ਕਿ ਕਰੋਨਾ ਮਹਾਰਾਜ ਦੇ ਨਾਲ 30 ਦਿਨ ਨੌਨ ਸਟਾਪ ਆਲਮੋਸਟ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਤੁਸੀਂ ਵੀ ਹਾਲੇ ਵੀ ਸੁਣਨ 'ਚ ਦਿਲਚਸਪੀ ਰੱਖਦੇ ਹੋ। ਸ਼ੁਕਰੀਆ ਅੱਜ ਤੀਜੀ ਵਾਰੀ ਮਿਲਣ ਦਾ। ਗੱਲ ਨੂੰ ਅੱਗੇ ਵਧਾਉਂਦੇ ਹਾਂ। ਕੱਲ੍ਹ ਦੀ ਗੱਲ ਦੇ ਵਿੱਚ ਨਾ ਕਈ ਦੋਸਤਾਂ ਦੇ ਫੋਨ ਵੀ ਆਏ ਤੇ ਕੁਝ ਮੈਸੇजेस ਵੀ ਆਏ ਕਿ ਉਹ ਜਿਹੜੀ ਮੈਂ 5 ਵਿਕਾਰਾਂ ਬਾਰੇ ਹੌਰਮੈਟਿਕ ਇੰਟਰਪ੍ਰੀਟੇਸ਼ਨ ਦਿੱਤੀ ਹੈ ਨਾ, ਉਹ ਬੜੀ ਦਿਲਚਸਪ ਲੱਗੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਉਹ ਵੀ ਹੌਰਮੈਟਿਕ ਡੋਜ਼ ਰਿਸਪੌਂਸ ਦੇ ਵਿੱਚ ਪ੍ਰਿੰਸੀਪਲਸ ਆਫ ਪਲੇਜ਼ਰ ਤੇ ਮੋਡਰੇਸ਼ਨ ਤੇ ਵੈਰਾਈਟੀ ਉਹਦੀ ਬੜੀ ਜ਼ਰੂਰੀ ਹੈ। ਪਰ ਕਿਉਂ ਬਈ ਉਹ ਕਲਚਰਸ ਵਾਲਿਆਂ ਨੇ ਉਹਨੂੰ ਐਡਾ ਯੈਸ ਔਰ ਨੋ ਦਾ ਰੱਖਿਆ ਕਿ ਸਾਰੀ ਚੀਜ਼ਾਂ ਨੂੰ ਰਿਜੈਕਟ ਕੀਤਾ? ਉਹ ਲੱਗਦਾ ਫਰਕ ਹੈਗਾ ਉਹੀ ਗਿਆਨ ਮਾਰਗ ਤੇ ਭਗਤੀ ਮਾਰਗ ਦਾ ਫਰਕ, ਕਿ ਗਿਆਨ ਮਾਰਗ ਦੇ ਵਿੱਚ ਬੜੀ ਫਲੂਇਡਿਟੀ ਬੜੀ ਪੋਸੀਬਿਲਿਟੀਜ਼ ਰਹਿੰਦੀਆਂ ਨੇ ਤੁਹਾਨੂੰ ਚੀਜ਼ਾਂ ਨੂੰ ਆਪ ਐਡਜਸਟ ਕਰਨ ਦੀਆਂ। ਭਗਤੀ ਮਾਰਗ ਕਈ ਵਾਰ ਡਿਮਾਂਡ ਕਰਦਾ ਹੈ ਕਿ ਯੈਸ ਐਂਡ ਨੋ ਦੇ ਆਨਸਰ ਦਿਓ, ਇਹ ਕਰਨਾ ਇਹ ਨਹੀਂ ਕਰਨਾ। ਹਾਂਜੀ, ਫਿਰ ਉਹਦਾ ਇੱਕ ਹੋਰ ਵੀ ਆ ਜਾਂਦਾ ਰੂਪ ਕਿ ਜੇ ਅਸੀਂ ਇਸ ਕਿਸਮ ਦੀਆਂ ਗੱਲਾਂ ਲੈ ਕੇ ਚੱਲਦੇ ਹਾਂ ਨਾ ਕਿ ਵੀ ਇਹਨਾਂ ਨੂੰ ਬਿਲਕੁਲ ਯੈਸ ਔਰ ਨੋ ਦੇ ਵਿੱਚ ਹੈ, ਇਹ ਹੌਰਮੈਟਿਕ ਨਹੀਂ ਹੈ, ਫਿਰ ਦੂਜਾ ਇੱਕ ਤਰੀਕਾ ਆ ਜਾਂਦੀ ਗੱਲਬਾਤ ਜਿਹੜੀ ਸਾਡੇ ਕਲਚਰ 'ਚ ਆਮ ਹੀ ਕਹਿ ਦਿੱਤਾ ਜਾਂਦਾ ਕਿ ਵੀ ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਜ਼ਿੰਦਗੀ ਹੈ, ਇਹ ਸਭ ਝੂਠ ਹੈ, ਮਿੱਥਿਆ ਹੈ, ਕੂੜ ਹੈ। ਰਿਜੈਕਸ਼ਨ ਹਰ ਚੀਜ਼ ਦੀ, ਕਿ ਜਿਵੇਂ ਕੋਈ ਅਗਲਾ ਵਰਲਡ ਦੇ ਵਿੱਚ ਸਭ ਕੁਝ ਚੰਗਾ ਹੋਏਗਾ, ਉਹਦਾ ਫਿਰ ਕੰਸੀਕੁਐਂਸ ਕੀ ਹੁੰਦਾ ਕਿ ਅਸੀਂ ਇਹ ਜਿਹੜਾ ਵਰਲਡ ਜਿਹੜਾ ਵਿੱਚ ਅਸੀਂ ਰਹਿੰਦੇ ਹਾਂ ਹੁਣ ਇੱਕ ਵਿਗਿਆਨਿਕ ਰੂਪ ਦੇ ਵਿੱਚ ਜਿੰਨੀ ਕਿ ਮੈਨੂੰ ਸਮਝ ਹੈ ਉਹਦੇ ਵਿੱਚ ਮੈਂ ਇਹੀ ਮੰਨ ਕੇ ਚੱਲਦਾ, ਜਿਵੇਂ ਅਸੀਂ ਦੂਜੇ ਤੀਜੇ ਲੈਕਚਰ 'ਚ ਗੱਲ ਕੀਤੀ ਸੀ ਕਿ ਵਿਗਿਆਨ ਦੀ ਫਿਲਾਸਫੀ ਕਹਿੰਦੀ ਹੈ ਕਿ ਸਾਡੇ ਕੋਲ ਇਹੀ ਇੱਕ ਬ੍ਰਹਿਮੰਡ ਹੈਗਾ, ਇਹਦੇ ਵਿੱਚ ਹੀ ਮਸਲੇ ਨੇ, ਇਹਨਾਂ ਮਸਲਿਆਂ ਨੂੰ ਅਸੀਂ ਆਪ ਹੀ ਸੁਲਝਾਉਣਾ ਹੈ, ਆਪ ਹੀ ਉਲਝਾਉਣਾ ਹੈ। ਹਾਂਜੀ, ਤੇ ਉਹਦੇ ਸਾਨੂੰ ਕਿਸੇ ਪਾਰ ਬ੍ਰਹਿਮੰਡ ਦੀਆਂ ਗੱਲਾਂ ਨਹੀਂ ਲਿਆਉਣੀਆਂ ਚਾਹੀਦੀਆਂ। ਸੋ ਉਹਦੇ ਵਿੱਚ ਰਹਿੰਦੇ ਹੋਇਆਂ ਕਿ ਮੈਨੂੰ ਪਤਾ ਹੈ ਕਿ ਮੇਰੇ ਕੋਲ ਇਹੀ ਇੱਕ ਸੰਸਾਰ ਹੈ ਜਿਹਦੇ ਵਿੱਚ ਮੇਰੀ ਲਿਮਿਟਡ ਜ਼ਿੰਦਗੀ ਮੈਂ ਜਿਉਣੀ ਹੈ, ਮੈਂ ਇਹਨੂੰ ਹੀ ਕਿਵੇਂ ਖੂਬਸੂਰਤ ਕਰਨਾ ਹੈ, ਮੈਂ ਇਹਨੂੰ ਹੀ ਕਿਵੇਂ ਜਿਉਣਾ ਹੈ। ਮੈਨੂੰ ਕਿਸੇ ਅਗਲੇ ਸੰਸਾਰ ਦੀ ਨਾ ਇੱਛਾ ਤੇ ਨਾ ਹੀ ਮੈਨੂੰ ਉਹਦੀ ਕੋਈ ਸਮਝ ਹੈ। ਹਾਂ, ਉਹ ਕਈ ਵਾਰ ਕੁਆਂਟਮ ਫਿਜ਼ਿਕਸ ਵਾਲੇ ਕਹਿੰਦੇ ਨੇ ਮੈਥਮੈਟੀਕਲ ਮਾਡਲ 'ਚ ਕਿ ਵੀ ਇਹ ਯੂਨੀਵਰਸ ਜਿਹੜਾ ਇੱਕ ਵਰਸ ਨਹੀਂ ਹੈ, ਇਹ ਮਲਟੀਪਲ ਵਰਸ ਨੇ, ਕਿ ਇੱਕੋ ਸਮੇਂ 'ਚ ਕਈ ਅਨੇਕਾਂ ਹੋਰ ਵੀ ਯੂਨੀਵਰਸ ਨੇ, ਬ੍ਰਹਿਮੰਡ ਨੇ, ਜਿਨ੍ਹਾਂ 'ਚ ਕਿਸੇ ਹੋਰ ਕਈ ਬ੍ਰਹਿਮੰਡਾਂ 'ਚ ਵੀ ਇੰਝ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜਾਂ ਤੁਸੀਂ ਮੇਰੇ ਨਾਲ ਭਾਸ਼ਣ ਦੇ ਰਹੇ ਹੋ ਤੇ ਮੈਂ ਸੁਣ ਰਿਹਾ, ਜਾਂ ਸਾਰੀਆਂ ਹੀ ਕੰਬੀਨੇਸ਼ਨਸ ਪੋਸੀਬਲ ਹੋ ਸਕਦੀਆਂ ਨੇ। ਪਰ ਉਹ ਇੱਕ ਕੁਆਂਟਮ ਫਿਜ਼ਿਕਸ ਦਾ ਬੜਾ ਕੰਪਲੈਕਸ ਤਰੀਕਾ ਹੈ ਸੋਚਣ ਦਾ। ਹਾਂਜੀ, ਮੈਥਮੈਟੀਕਲ ਮਾਡਲਿੰਗ 'ਚ ਰਿਐਲਿਟੀ ਦੇ ਵਿੱਚ ਜਦੋਂ ਅਸੀਂ ਵੱਸਦੇ ਪਏ ਹਾਂ, ਸਾਡੇ ਲਈ ਇਹੀ ਰਿਐਲਿਟੀ ਹੈ ਕਿ ਇਹੀ ਜੱਗ ਨੂੰ ਅਸੀਂ ਕਿਵੇਂ ਇਨਵਾਇਰਨਮੈਂਟ ਨੂੰ, ਆਪਣੇ ਮਿਲੀਓ ਨੂੰ ਚੰਗਾ ਬਣਾਉਣਾ ਹੈ, ਆਪਣੇ ਜੋਗਾ ਰਹਿਣਾ ਹੈ, ਦੂਜਿਆਂ ਜੋਗਾ ਰੱਖਣਾ ਹੈ। ਤੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਵੇਂ ਵਿਕਾਰਾਂ ਦੇ ਲੇਬਲ ਲਾ ਕੇ ਰਿਜੈਕਸ਼ਨ ਕੋਈ ਨਹੀਂ, ਹਰ ਚੀਜ਼ ਜ਼ਿੰਦਗੀ ਦਾ ਇਹ ਹਿੱਸਾ ਹੈ। ਉਹਨੂੰ ਅਸੀਂ ਕਿਵੇਂ, ਕਿਉਂਕਿ ਨਹੀਂ ਤਾਂ ਰਿਜੈਕਸ਼ਨ ਦੀ ਜਿਹੜਾ ਐਟੀਟਿਊਡ ਹੈ ਨਾ, ਜਾਂ ਰਿਜੈਕਸ਼ਨ ਦਾ ਭਾਸ਼ਣ ਹੈ, ਉਹ ਇੱਕ ਤਰੀਕੇ ਦੀ ਦੁਵਿਧਾ ਪੈਦਾ ਕਰਦਾ ਮਨ ਦੇ ਵਿੱਚ, ਪੈਰਾਨੋਇਡ ਹੋ ਜਾਂਦਾ। ਕਿਉਂਕਿ ਕੋਈ ਵੀ ਤੁਸੀਂ ਸੰਸਾਰ ਦੇ ਵਿੱਚ ਇਨਸਾਨ ਨਹੀਂ ਮਿਲੋਗੇ ਜਿਹਦੇ ਉੱਤੇ ਇਹ 5 ਜਿਹੜੇ ਸੋ ਕਾਲਡ ਵਿਕਾਰ ਨੇ ਕਿ ਜਿਹਦੇ ਵਿੱਚ ਬਿਲਕੁਲ ਉਹਦਾ ਕੋਈ ਅੰਸ਼ ਹੀ ਨਹੀਂ ਹੈਗਾ। ਫਿਰ ਤੇ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਜਿਉਣੀ ਵੀ ਹੈ ਤੇ ਆਪਣੇ ਆਪ ਨੂੰ ਫਿਰ ਹਾਏ ਮਾੜਾ ਵੀ ਸਮਝਣਾ, ਉਸੇ ਤਰ੍ਹਾਂ ਜਿਵੇਂ ਇਸ ਜਗਤ ਨੂੰ ਮਾੜਾ ਸਮਝਣਾ। ਨਹੀਂ, ਵਿਗਿਆਨ ਇਹਦੇ ਵਿੱਚ ਨਹੀਂ ਹਾਮੀ ਭਰਨ ਨੂੰ ਤਿਆਰ। ਅਸੀਂ ਇਸੇ ਇੱਕ ਜਗਤ 'ਚ ਰਹਿੰਦੇ ਹਾਂ, ਅਸੀਂ ਇਹਨੂੰ ਹੀ ਖੂਬਸੂਰਤ ਬਣਾਉਣਾ ਹੈ ਜੋ ਅਸੀਂ ਚਾਹੁੰਦੇ ਹਾਂ। ਕਿਹੋ ਜਿਹਾ ਬਣਾਉਣਾ ਹੈ? ਸਰਬੱਤ ਦੇ ਭਲੇ ਲਈ ਚਾਹੀਦਾ ਹੈ ਕਿ ਕਿਸੇ ਇੱਕ ਦੇ ਲਈ ਚਾਹੀਦਾ, ਆਪੋ ਤਾਪੀ ਵਾਲਾ ਚਾਹੀਦਾ? ਸੋ ਉਹ ਕੱਲ੍ਹ ਦੇ ਉਸ ਕੌਮੈਂਟ ਨੇ ਬੜੀ ਇੰਟਰਸਟਿੰਗ ਮੇਰੇ ਖਿਆਲ 'ਚ ਇੱਕ ਆਈਡੀਆ ਜਨਰੇਟ ਕੀਤਾ ਕਿ ਜਿਹਦੇ ਵਿੱਚ ਤੁਸੀਂ ਲੋਕੀ ਥੋੜ੍ਹੇ ਸੋਚ ਰਹੇ ਹੋ, ਤੇ ਮੈਨੂੰ ਉਹ ਚੰਗਾ ਵੀ ਲੱਗਾ। ਫਿਰ ਹੁਣ ਮੇਰੇ ਲਈ ਉਹ ਜਿਹੜੀ ਸੋਸ਼ਲ ਅਤੇ ਮੈਂਟਲ ਇੰਗੇਜਮੈਂਟ ਦੀ ਗੱਲ ਹੈ ਕਿ ਮੈਂ ਕਿਹਾ ਸੀ ਕਿ ਵੀ ਮੈਂ ਲੋਕਾਂ ਦੇ ਵਿੱਚ ਮਿਲਣਾ ਚਾਹੁੰਦਾ, ਗੱਲਬਾਤ ਕਰਨੀ ਚਾਹੁੰਦਾ ਵਾਂ। ਹਾਂਜੀ, ਜੋ ਮੈਂ ਸ਼ੇਅਰ ਕਰ ਸਕਦਾ। ਮੈਂ ਉਸ ਕਿਸਮ ਦੀਆਂ ਚੈਰਿਟੀ ਔਰਗਨਾਈਜੇਸ਼ਨਾਂ 'ਚ ਜਿਵੇਂ ਮੇਰੇ ਕੋਲ ਜਾਣ ਦੀ ਨਾ ਸ਼ਾਇਦ ਹਿੰਮਤ ਹੈ, ਨਾ ਮੈਨੂੰ ਉਹਦੀ ਉਤਸ਼ਾਹ ਹੈ ਕਿ ਜਿੱਥੇ ਮੈਂ ਜਾ ਕੇ ਕੋਈ ਚੀਜ਼ਾਂ ਹੱਥ ਨਾਲ ਬਣਾ ਕੇ ਕਿਸੇ ਨੂੰ ਕੋਈ ਕਰ ਸਕਾਂ। ਮੈਂ ਬੜਾ ਨਿਕੰਮਾ ਉਹਨਾਂ ਪਾਸਿਆਂ ਵਿੱਚ, ਜਾਂ ਕੋਈ ਮੈਂ ਹੋਰ ਫਿਜ਼ੀਕਲ ਕੰਮ ਕਰ ਸਕਾਂ, ਜਾਂ ਮੈਂ ਲੰਗਰਾਂ ਦੀ ਸੇਵਾ ਕਰ ਸਕਾਂ। ਨਹੀਂ, ਮੈਂ ਆਪਣੇ ਗੱਲਾਂ ਬਾਤਾਂ ਦੀ ਸਾਂਝ ਕਰ ਸਕਦਾ, ਸਮਝ ਇੱਕ ਦੂਜੇ ਨਾਲ ਡਾਇਲਾਗ ਵਧਾ ਸਕਦਾ। ਪਰ ਉਹਦੀ ਵੀ ਦਿੱਕਤ ਆਉਂਦੀ ਹੈ ਮੈਨੂੰ ਇੱਥੇ ਕਈ ਵਾਰੀ
ਖਾਸ ਕਰਕੇ ਜਦੋਂ ਮੈਂ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਸੋਸ਼ਲਾਈਜ਼ ਕਰਦਾ ਕਿ ਜਦੋਂ ਉੱਥੇ ਜਾਂਦਾ ਨਾ ਤੇ ਆਮ ਤੌਰ ਤੇ ਫਿਰ ਦੁਨੀਆ ਬੜਾ ਪਿਆਰ ਤੇ ਬੜਾ ਕਰਦੇ ਨੇ ਹਾਂਜੀ ਥੋੜਾ ਬਹੁਤਾ ਸਮਾਜ ਦੇ ਵਿੱਚ ਰੁਤਬਾ ਵੀ ਹੋਣ ਕਰਕੇ ਇੱਜ਼ਤ ਮਾਣ ਵੀ ਮਿਲਦੀ ਹੈ ਸੱਚੀ ਝੂਠੀ ਜਿਹੋ ਜਿਹੀ ਵੀ ਪਰ ਉੱਥੇ ਵੀ ਜਦੋਂ ਕੋਈ ਗੱਲਬਾਤ ਚੱਲ ਰਹੀ ਹੁੰਦੀ ਹੈ ਤੇ ਉਹ ਇਹੀ ਕਹਿਣਗੇ ਸੁਰੇਸ਼ ਜੀ ਕੁਝ ਸੁਣਾਓ ਫਿਰ ਅੱਜ ਕੋਈ ਗੱਲ ਸੁਣਾਓ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਾਹਦੇ ਬਾਰੇ ਦੱਸੋ ਤੁਸੀਂ ਜੋ ਕਹੋ ਜੋ ਤੁਹਾਡੇ ਮਨ ਚ ਆਉਂਦਾ ਉਹ ਮੈਂ ਆਮ ਤੌਰ ਤੇ ਬੜਾ ਚਿੜ ਜਾਂਦਾ ਹੁੰਦਾ ਕਿ ਬਈ ਇਹ ਉਹੀ ਫਿਰ ਟ੍ਰੈਡੀਸ਼ਨ ਆ ਗਈ ਸਾਡੀ ਕਿ ਗੁਰੂ ਜੀ ਜਿਹੜੇ ਨੇ ਨਾ ਉਹ ਜੋ ਬੋਲਣ ਅਸੀਂ ਉਹਨੂੰ ਸਵੀਕਾਰ ਕਰਨਾ ਕਿਉਂਕਿ ਸਾਡੇ ਕੋਈ ਆਪਣੇ ਸਵਾਲ ਹੀ ਨਹੀਂ ਜਾਂ ਸਾਨੂੰ ਸਵਾਲ ਪੁੱਛਣ ਦੀ ਇਜਾਜ਼ਤ ਨਹੀਂ ਹੈ ਜਾਂ ਸਾਨੂੰ ਸਵਾਲ ਕਿਉਂਕਿ ਸਾਨੂੰ ਸ਼ੁਰੂ ਤੋਂ ਹੀ ਇਹ ਸਿਖਾਇਆ ਗਿਆ ਕਿ ਨੌਲੇਜ ਜਿਹੜੀ ਹੈ ਉੱਤੋਂ ਥੱਲੇ ਨੂੰ ਆਉਂਦੀ ਹੈ ਤੁਸੀਂ ਸਿਰਫ ਅੱਖਾਂ ਮੀਚ ਕੇ ਤੇ ਉਹਨੂੰ ਰਿਸੀਵ ਕਰਨਾ ਹੈ ਗੁਰੂ ਜੀ ਦੀ ਕਿਰਪਾ ਸਮਝ ਕੇ ਉਸ ਚੀਜ਼ ਤੋਂ ਮੇਰੀ ਕਈ ਵਾਰੀ ਕੋਈ ਦੋਸਤਾਂ ਨਾਲ ਲੜਾਈ ਵੀ ਹੋ ਗਈ ਹੈ ਕਿ ਮੈਂ ਕਿਹਾ ਇੰਜ ਨਹੀਂ ਹੋਣਾ ਮੈਨੂੰ ਹੋ ਸਕਦਾ ਮੈਨੂੰ ਦੁਨੀਆ ਦੇ ਸਾਰੇ ਸਵਾਲਾਂ ਦੇ ਜਵਾਬ ਆਉਂਦੇ ਹੋਣ ਜਿਹੜੀ ਕਿ ਮੈਂ ਐਵੇਂ ਐਰੋਗੈਂਸ 'ਚ ਕਵਾਂ ਪਰ ਤੁਸੀਂ ਮੈਨੂੰ ਸਵਾਲ ਤੇ ਪੁੱਛੋ ਕਿ ਕਾਹਦੇ ਬਾਰੇ ਤੁਸੀਂ ਜਾਣਨਾ ਚਾਹੋਗੇ ਨਹੀਂ ਤੁਸੀਂ ਜੋ ਸੁਣਾਓ ਪਰ ਉਹ ਨਹੀਂ ਚੱਲਦਾ ਜਿਹੜਾ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ ਦੀ ਮੈਂ ਗੱਲ ਕੀਤੀ ਨਾ ਇੰਗੇਜਮੈਂਟ ਦਾ ਪਹਿਲਾ ਰੂਲ ਜਾਂ ਪਹਿਲੀ ਲੋੜ ਹੀ ਇਹ ਹੈ ਕਿ ਇੱਕ ਦੂਜੇ ਦੇ ਨਾਲ ਗੱਲਬਾਤ ਦੀ ਸਾਂਝ ਪਾਣੀ ਇੱਕ ਨੂੰ ਸੁਣਨਾ ਦੂਜੇ ਨੂੰ ਸੁਣਾਉਣਾ ਤੇ ਇਹ ਜਿਹੜੀ ਵਾਰਤਾਲਾਪ ਦੇ ਤਰੀਕੇ ਨੇ ਨਾ ਇਹ ਹੈ ਬੜੇ ਡਿਮਾਂਡਿੰਗ ਇਹਦੀ ਸਾਰੀ ਉਮਰ ਦੀ ਪ੍ਰੈਕਟਿਸ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਸੋਸ਼ਲ ਇੰਗੇਜਮੈਂਟ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਦੂਜੇ ਮਨੁੱਖ ਨੂੰ ਦੇਖਣਾ ਹਾਂਜੀ ਉਹਦੀ ਆਈਡੈਂਟਿਟੀ ਸਵੀਕਾਰ ਕਰਨੀ ਕਿ ਹਾਂ ਉਹ ਵੀ ਹੈਗਾ ਸਾਡੇ ਵਿੱਚੋਂ ਬਹੁਤਿਆਂ ਵਿੱਚੋਂ ਤਾਂ ਕਈ ਵਾਰੀ ਇਹੀ ਨਹੀਂ ਰਹਿੰਦਾ ਕਿ ਜਿਹੜਾ ਬੰਦਾ ਸਾਡੇ ਨੇੜੇ ਤੇੜੇ ਹੈ ਜਾਂ ਖਾਸ ਕਰਕੇ ਜਦੋਂ ਉਹ ਸੋਸ਼ਲ ਹਾਇਰਾਰਕੀ ਦਾ ਹਿੱਸਾ ਹੋਵੇ ਜਿਹੜਾ ਸਾਡੇ ਵਿੱਚੋਂ ਗਿਆਨ ਦੇ ਪੱਧਰ ਤੇ ਜਾਂ ਸਮਾਜਿਕ ਮਾਇਆ ਦੇ ਪੱਧਰ ਤੇ ਜਾਂ ਰੁਤਬਿਆਂ ਦੇ ਪੱਧਰ ਤੇ ਥੋੜਾ ਵੀ ਨੀਵੇਂ ਹੁੰਦਾ ਨਾ ਉਹਨੂੰ ਸਾਨੂੰ ਜਿਵੇਂ ਦਿਸਦਾ ਹੀ ਨਹੀਂ ਸਾਨੂੰ ਉਹਦੀ ਆਈਡੈਂਟਿਟੀ ਹੀ ਨਹੀਂ ਪਤਾ ਹੁੰਦੀ ਅਸੀਂ ਉਹਦਾ ਕਦੇ ਨਾਮ ਵੀ ਨਹੀਂ ਜਾਣ ਰਹੇ ਹੁੰਦੇ ਉਹਦੇ ਨਾਲ ਗੱਲਬਾਤ ਕਰਨੀ ਕੀ ਉਹ ਚੀਜ਼ ਜਿਹੜੀ ਹੈ ਇਹ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦਾ ਪਹਿਲਾ ਕੋਸ਼ਿਸ਼ ਮੈਂ ਇਹ ਕਰਦਾ ਕਿ ਜਿਹੜੇ ਮਨੁੱਖਾਂ ਦੇ ਨਾਲ ਮੈਂ ਮਿਲਵਰਤਨ ਕਰ ਰਿਹਾ ਮੈਂ ਉਹਨਾਂ ਨੂੰ ਦੇਖ ਰਿਹਾ ਦੇਖਣ ਦਾ ਮਤਲਬ ਸਿਰਫ ਅੱਖਾਂ ਦਾ ਇਮੇਜ ਨਹੀਂ ਕਿ ਮੈਂ ਉਹਨਾਂ ਨੂੰ ਉਸ ਮਨੁੱਖ ਦੇ ਰੂਪ 'ਚ ਦੇਖ ਰਿਹਾ ਜਿਹਦੀ ਆਪਣੀ ਇੱਕ ਕਹਾਣੀ ਹੈ ਜਿਹਦੀ ਇੱਕ ਆਪਣੀ ਸੋਚ ਹੈ ਜਿਹਦਾ ਇੱਕ ਆਪਣਾ ਕਹਿਣ ਦਾ ਤਰੀਕਾ ਹੈ ਮੇਰੀ ਉਹਦੇ ਨਾਲ ਟੋਟਲ ਡਿਸਐਗਰੀਮੈਂਟ ਹੋ ਸਕਦਾ ਹੈ ਹਾਂਜੀ ਉਹ ਦੈਟਸ ਨਾਟ ਦ ਪ੍ਰੋਬਲਮ ਡਿਸਐਗਰੀਮੈਂਟ ਹੋਣਾ ਵੱਖਰੀ ਗੱਲ ਹੈ ਪਰ ਉਸ ਡਿਸਐਗਰੀਮੈਂਟ ਨੂੰ ਮੈਂ ਸੁਣਨ ਨੂੰ ਤਿਆਰ ਹਾਂ ਈਵਨ ਜਦੋਂ ਕੋਈ ਮੈਨੂੰ ਵੀ ਕੱਟਦਾ ਸਾਇੰਸ ਦਾ ਤੇ ਤਰੀਕਾ ਹੀ ਇਹ ਹੈ ਸਾਇੰਸ ਜਿਹੜੀ ਹੈ ਸਾਇੰਸ ਦੀ ਇੱਕ ਪਛਾਣ ਇਹ ਹੈ ਕਿ ਸਾਇੰਸ ਜਿਹੜੀ ਬਾਈ ਅਥਾਰਟੀ ਜਿਹੜੀ ਆਫ ਐਨ ਇੰਡੀਵਿਜੂਅਲ ਕਿਸੇ ਇੱਕ ਵਿਅਕਤੀ ਦੀ ਅਥਾਰਟੀ ਨੂੰ ਨਹੀਂ ਕਦੇ ਵੀ ਮੰਨਦੀ ਉਹਦੇ ਵਿਚਾਰਾਂ ਨੂੰ ਜਦੋਂ ਤੱਕ ਪ੍ਰੂਵ ਹੋਏ ਨੇ ਉਹ ਤੇ ਵਰਤਾਂਗੇ ਪਰ ਅਸੀਂ ਇਵੋਲੂਸ਼ਨਰੀ ਥਿਊਰੀ ਇਸ ਲਈ ਨਹੀਂ ਕਹਿੰਦੇ ਕਿ ਉਹ ਠੀਕ ਹੈ ਕਿਉਂਕਿ ਡਾਰਵਿਨ ਨੇ ਕਹੀ ਹਾਂਜੀ ਜਾਂ ਤੁਸੀਂ ਹੁਣ ਕਹੋ ਕਿ ਹਰਮੈਟਿਕ ਵੇ ਆਫ ਲਾਈਫ ਇਸ ਲਈ ਠੀਕ ਹੈ ਕਿਉਂਕਿ ਸੁਰੇਸ਼ ਰਤਨ ਨੇ ਕਿਹਾ ਨਾਟ ਐਟ ਆਲ ਉਹਨੂੰ ਆਪਣੇ ਆਪ 'ਚ ਸਾਬਤ ਹੋਣਾ ਪਏਗਾ ਉਹਦੇ ਲਈ ਜ਼ਰੂਰੀ ਇਹੀ ਹੈ ਕਿ ਸਾਡੇ ਕੋਲ ਕਿੰਤੂ ਕਰਨ ਦੀ ਸ਼ਕਤੀ ਹੋਵੇ ਤੇ ਹੌਸਲਾ ਹੋਵੇ ਉਹ ਜਿਹੜਾ ਕਿੱਥੋਂ ਆਉਂਦਾ ਉਹ ਫਿਰ ਸ਼ੁਰੂ ਬਚਪਨ ਤੋਂ ਹੀ ਹੋ ਜਾਂਦਾ ਅਸੀਂ ਸੁਣਦੇ ਹਾਂ ਆਪਣੇ ਬੱਚਿਆਂ ਨੂੰ ਮੈਂ ਤੇ ਸਾਰੀ ਉਮਰ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਸਾਡੇ ਘਰ ਦੇ ਵਿੱਚ ਵੀ ਇਹ ਥੋੜੀ ਟ੍ਰੈਡੀਸ਼ਨ ਵੀ ਹੈ ਕਿ ਬੱਚੇ ਨੂੰ ਆਪਣੀ ਗੱਲ ਕਹਿਣ ਦਿਓ ਜਿੱਥੋਂ ਤੱਕ ਉਹਨੂੰ ਟਾਈਮ ਵੀ ਚਾਹੀਦਾ ਲੱਗੇਗਾ ਪਰ ਇਹ ਕਰਨਾ ਬੜਾ ਮੁਸ਼ਕਲ ਅਸੀਂ ਝੱਟ ਟੋਕ ਦਿੰਦੇ ਸੋ ਬੱਚੇ ਦੇ ਵਿੱਚ ਐਕਸਪ੍ਰੈਸ਼ਨ ਆਉਣਾ ਕਿ ਉਹਨੂੰ ਸਵਾਲ ਪੁੱਛਣ ਲਈ ਟ੍ਰੇਨ ਕਰਨਾ ਮੇਰੀ ਸੋਸ਼ਲ ਲਾਈਫ ਦੇ ਵਿੱਚ ਮੈਂ ਬੱਚਿਆਂ ਨਾਲ ਬੜਾ ਇੰਟਰੈਕਟ ਕਰਦਾ ਇੱਥੇ ਦੇ ਹਿੰਦੁਸਤਾਨ 'ਚ ਰਹਿੰਦੇ ਇੱਥੇ ਡੈਨਮਾਰਕ 'ਚ ਰਹਿੰਦੇ ਡੈਨਿਸ਼ ਬੱਚਿਆਂ ਨਾਲ ਥੋੜ੍ਹਾ ਜਿਹਾ ਘੱਟ ਕਿਉਂਕਿ ਮੇਰੀ ਲੈਂਗੁਏਜ ਦੀ ਪ੍ਰੋਬਲਮ ਹਾਲੇ ਵੀ ਆ ਜਾਂਦੀ ਹੈ ਪਰ ਹਿੰਦੁਸਤਾਨੀ ਬੱਚਿਆਂ ਨਾਲ ਪਰ ਉਹਦੇ ਵਿੱਚ ਮੈਨੂੰ ਇਹੀ ਕਈ ਵਾਰ ਉਤਸ਼ਾਹ ਮਿਲਿਆ ਉਹਨਾਂ ਦੇ ਮਾਂ ਪਿਓ ਵੱਲੋਂ ਵੀ ਕਿ ਬੱਚੇ ਇੰਜੋਏ ਬੜਾ ਕਰਦੇ ਨੇ ਉਹਨਾਂ ਨੂੰ ਲੱਗਦਾ ਪਿਆ ਕਿ ਸਾਡੇ ਵੱਲ ਕੋਈ ਦੇਖ ਰਿਹਾ ਸਾਡੀ ਕੋਈ ਗੱਲ ਸੁਣ ਰਿਹਾ ਤੇ ਉਹਦੇ ਵਿੱਚ ਹੌਲੀ ਹੌਲੀ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਫਿਰ ਡਿਵੈਲਪ ਹੁੰਦੀ ਹੈ ਹਾਂਜੀ ਕਿਉਂਕਿ ਬੱਚਿਆਂ ਦੇ ਮਾਮਲੇ ਵਿੱਚ ਜੋ ਤੁਸੀਂ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹੋ ਉਹ ਮੈਨੂੰ ਆਪਣੇ ਬੇਟੇ ਦੀ ਵੀ ਪਾਲਣ ਪੋਸ਼ਣ ਵੇਲੇ ਹੁਣ ਉਹ 33 ਸਾਲ ਦਾ ਹੋ ਰਿਹਾ ਪਰ ਜਦੋਂ ਹਾਲੀ 4-5 ਸਾਲ ਦਾ ਸੀ ਉਹਦੇ ਨਾਲ ਉਹਨੂੰ ਭਾਸ਼ਣਾ ਨਾਲ ਨਹੀਂ ਸੀ ਮੈਂ ਕੋਈ ਗੱਲ ਸਮਝਾ ਸਕਦਾ ਉਹਦੇ ਲਈ ਮੈਨੂੰ ਜ਼ਰੂਰੀ ਸੀ ਕਿ ਮੈਂ ਉਹ ਉਸੇ ਤਰੀਕੇ ਨਾਲ ਵਿਵਹਾਰ ਕਰਾਂ ਜਿਹੜੇ ਤਰੀਕੇ ਨਾਲ ਮੈਂ ਚਾਹੁੰਦਾ ਉਹ ਮੇਰੇ ਨਾਲ ਵਿਵਹਾਰ ਕਰੇ ਇਹਨੂੰ ਇੱਕ ਗੋਲਡਨ ਰੂਲ ਵੀ ਕਹਿੰਦੇ ਨੇ ਕਿ ਸਮਾਜਿਕ ਤੇ ਸੋਸ਼ਲ ਜਿਹੜੀ ਇੱਕ ਦੂਜੇ ਦੀ ਮੁਲਾਕਾਤ ਦੇ ਵਿੱਚ ਇਹਨੂੰ ਇੱਕ ਗੋਲਡਨ ਰੂਲ ਕਹਿੰਦੇ ਨੇ ਕਿ ਤੁਸੀਂ ਦੂਜਿਆਂ ਨਾਲ ਉਂਝ ਵਿਵਹਾਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਵਿਵਹਾਰ ਕਰਨ ਹਾਂਜੀ ਇਹਦੀ ਵੀ ਥਿਊਰੀ ਸਭ ਨੂੰ ਆਉਂਦੀ ਹੈ
ਮੈਂ ਸਾਰੀ ਉਮਰ ਹੀ ਲਾ ਲਈ ਹੈ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕਰਨ ਦੀ ਕਿ ਵੀ ਮੈਂ ਉਂਝ ਹੀ ਕਿਸੇ ਦੂਜੇ ਮਨੁੱਖ ਪ੍ਰਤੀ ਪਹੁੰਚਾਂ ਜਿਵੇਂ ਕਿ ਮੈਂ ਚਾਹਾਂਗਾ ਕਿ ਉਹ ਮਨੁੱਖ ਮੇਰੇ ਪ੍ਰਤੀ ਆਪਣਾ ਐਟੀਟਿਊਡ ਰੱਖੇ। ਉਹ ਭਾਵੇਂ ਜੀ ਕਹਿਣ ਤੋਂ ਸ਼ੁਰੂ ਹੋ ਜਾਏ। ਜੇ ਮੈਂ ਚਾਹੁੰਦਾ ਕਿ ਮੇਰੀ ਪੋਤਰੀ ਮਾਇਆ ਵਿਦਿਆ ਮੈਨੂੰ ਦਾਦਾ ਜੀ ਕਵੇ ਤੇ ਮੈਨੂੰ ਉਹਨੂੰ ਮਾਇਆ ਜੀ ਕਹਿ ਕੇ ਬੁਲਾਉਣਾ ਚਾਹੀਦਾ ਤੇ ਮੈਂ ਬੁਲਾਉਣ ਦੀ ਕੋਸ਼ਿਸ਼ ਕਰਦਾ। ਇਹ ਮੈਂ ਸਾਰੇ ਬੱਚਿਆਂ ਨਾਲ ਵੀ ਕਰਦਾ। ਉਹਦੇ ਫਿਰ ਰਿਟਰਨ ਦੇ ਵਿੱਚ ਉਹੀ, ਕਿਉਂਕਿ ਅਦਰਵਾਈਜ਼ ਉਹੀ ਕਨਫਿਊਜ਼ਨ ਹੁੰਦਾ ਕਿ ਵੀ ਮੈਨੂੰ ਤੇ ਤੂੰ ਕਰੀ ਜਾਂਦੇ ਨੇ, ਆਪ ਮੈਂ ਐਕਸਪੈਕਟ ਕਰਦੇ ਨੇ ਮੇਰੇ ਕੋਲੋਂ ਤੁਸੀਂ ਕਰਾਉਣਾ। ਪਰ ਇਹ ਜਿਹੜੀ ਵੱਡੀ ਉਮਰ 'ਚ ਆ ਕੇ ਬੁਢੇਪੇ ਦੀ ਗੱਲ ਲੈਂਦੇ ਆ, ਸਿਹਤਮੰਦ ਬੁਢੇਪੇ ਦੀ ਗੱਲ ਲੈਂਦੇ ਆ, ਜਦੋਂ ਅਸੀਂ ਸੋਸ਼ਲ ਇੰਟਰੈਕਸ਼ਨ ਕਰਨਾ, ਮੈਂ ਪੂਰੀ ਕੋਸ਼ਿਸ਼ ਕਰਦਾ ਕਿ ਮੈਂ ਦੂਜੇ ਦੀ ਆਈਡੈਂਟੀਟੀ ਨੂੰ ਵੀ ਓਨਾ ਹੀ ਪਛਾਣਾ। ਉਹਦੀ ਹਸੀਅਤ ਵੀ ਜੋ ਵੀ ਹੈ ਉਹ ਇੱਕ ਮਨੁੱਖ ਹੈ। ਤੇ ਮਨੁੱਖ ਨੂੰ ਪਛਾਣਨ ਦੇ ਲਈ ਨਾ ਇੱਕ ਬੜੀ ਜ਼ਰੂਰੀ ਚੀਜ਼ ਹੁੰਦੀ ਜੇ ਉਹਦੇ ਨਾਮ ਦਾ ਇਸਤੇਮਾਲ ਕਰਨਾ। ਅਸੀਂ ਜਦੋਂ ਕਿਸੇ ਨੂੰ ਓਏ ਜਾਂ ਸਿਰਫ ਸਰ ਜਾਂ ਕੁਝ ਕਰਕੇ ਵੀ ਬੁਲਾ ਰਹੀ ਹੈ, ਜਦ ਮੋਸਟਲੀ ਉਹੀ ਫਿਰ ਕਲਾਸ ਸਿਚੁਏਸ਼ਨ ਆ ਜਾਂਦੀ ਹੈ। ਹਰੇਕ ਮਨੁੱਖ ਦਾ ਇੱਕ ਦਿੱਤਾ ਹੋਇਆ ਨਾਮ ਹੈ, ਉਹਨੂੰ ਆਮ ਤੌਰ 'ਤੇ ਉਹਦੀ ਆਈਡੈਂਟੀਟੀ ਉਹਦੇ ਨਾਲ ਹੀ ਚੱਲਦੀ ਹੈ। ਜੇ ਤੁਸੀਂ ਮੈਨੂੰ ਪੁੱਛੋ ਪਹਿਲੇ ਹਾਂ ਵੀ ਤੁਸੀਂ ਕੌਣ ਹੋ, ਤੇ ਪਹਿਲੇ ਮੈਂ ਹੀ ਕਹਾਂਗਾ ਮੈਂ ਸੁਰੇਸ਼ ਰਤਨ ਹਾਂ, ਹਾਂਜੀ, ਕਿਉਂਕਿ ਮੇਰਾ ਨਾਂ। ਇਹੀ ਹਾਲ ਅਸੀਂ ਜਦੋਂ ਵੀ ਸੁਸਾਇਟੀ 'ਚ ਮਿਲਦੇ ਹਾਂ, ਉਹ ਕਿਸੇ ਭਾਵੇਂ ਉਹ ਵੇਟਰ ਹੋਵੇ, ਡਰਾਈਵਰ ਹੋਵੇ, ਰਿਕਸ਼ੇ ਵਾਲਾ ਹੋਵੇ, ਕੁਝ ਵੀ ਹੋਵੇ, ਅਸੀਂ ਕਦੇ ਨਾਮ ਦੇ ਨਾਲ ਤੇ ਬੁਲਾਉਂਦਾ ਹੀ ਨਹੀਂ। ਫਿਰ ਸਾਡੇ ਸੋਸ਼ਲ ਇੰਟਰੈਕਸ਼ਨ ਦੇ ਵਿੱਚ ਕੀ ਆ ਜਾਂਦਾ, ਦੋ ਵੱਖ-ਵੱਖ ਤਰ੍ਹਾਂ ਦੀਆਂ ਭਾਸ਼ਾਵਾਂ। ਹਾਂਜੀ, ਉਹ ਅਸੀਂ ਇੱਕ ਵਾਰੀ ਇੱਕ ਬੜੇ ਇੰਪੋਰਟੈਂਟ ਥਾਂ 'ਤੇ ਬੈਠੇ ਸਾਂ। ਇੰਪੋਰਟੈਂਟ ਕੀ ਬਈ ਇੰਡੀਆ ਦੇ ਅੰਬੈਸਡਰ ਦੇ ਘਰ ਉਹਨੇ ਕਿਧਰੇ ਸੱਦ ਲਿਆ ਸਾਨੂੰ ਬ੍ਰਾਂਚ ਦੇ ਉੱਤੇ। ਹੁਣ ਉਹ ਬਹੁਤ ਹੀ ਮਿੱਠਾ ਬੋਲ ਰਹੇ ਸੀ, ਉਹ ਤੇ ਮਿਸਿਸ ਅੰਬੈਸਡਰ ਵੀ ਗੱਲਾਂ ਕਰ ਰਹੇ ਸੀ। ਅਸੀਂ ਬੜਾ ਅੱਛਾ ਲੱਗ ਰਿਹਾ ਸੀ, ਹਾਂ ਜੀ ਮੇਰੇ ਨਾਲ ਵੀ ਡਾਕਟਰ ਸਾਹਿਬ ਤੇ ਹੋ ਰਿਹਾ, ਸਭ ਕੁਝ ਹੋ ਰਿਹਾ। ਪਰ ਵਿੱਚ ਅਚਾਨਕ ਜੇ ਉਹ ਪੂੜੀਆਂ ਘਟ ਗਈਆਂ, ਉਹ ਮੇਰੇ ਨਾਲ ਉਹ ਘਬਰਾਈ ਗਏ। ਆ ਕੀ ਇੱਕਦਮ ਵਰਲਡ ਚੇਂਜ ਹੋ ਗਿਆ। ਦੂਜੇ ਨਾਲ ਜਾਣ ਪਛਾਣ ਤੇ ਸਾਡੀ ਕੀ ਹੋਣੀ ਸੀ, ਸਾਨੂੰ ਨਾ ਉਹਦਾ ਨਾਂ ਪਤਾ ਸੀ। ਉਹ ਜਿਵੇਂ ਘਰ ਵਾਲੇ ਵੀ ਉਹਨੂੰ ਬੁਲਾ ਰਹੇ ਸੀ, ਉਹਦੇ ਵਿੱਚ ਇਹ ਜਿਹੜੀ ਇਨਹਿਊਮੈਨਿਟੀ ਦੀ ਸੀ, ਇਹ ਸਾਡੇ ਦੇਸ਼ 'ਚ ਆਮ ਹੀ ਹੁੰਦਾ। ਬੜੀ ਕੋਸ਼ਿਸ਼ ਕਰੀਦੀ ਹੈ ਕਿ ਬਈ ਜਾ ਕੇ ਉੱਥੇ ਜਿਹੜੀਆਂ ਕੁਝ ਗੱਲਾਂ ਯੂਰਪ 'ਚ ਰਹਿੰਦੇ ਆ ਆਪਣੇ 'ਚ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਵਰਤੀਏ। ਪਰ ਕਈ ਵਾਰ ਫਿਰ ਭੁੱਲ ਜਾਈਦਾ, ਢਾਬੇ 'ਤੇ ਬਹਿੰਦੇ ਉਹ ਛੋਟੂ ਉਹ ਕੋਟੂ। ਦੂਜੇ ਦੀ ਆਈਡੈਂਟੀਟੀ ਨੂੰ ਪਛਾਣਨ ਦੀ ਕੋਸ਼ਿਸ਼ ਕਰਨੀ ਕਿ ਉਹ ਵੀ ਮਨੁੱਖ ਹੈ, ਉਹ ਵੀ ਤੁਹਾਡੇ ਕੋਲੋਂ ਕੁਝ, ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਤੁਸੀਂ ਉਹ ਨਾਲ ਡਿਸਐਗਰੀ ਕਰੋ, ਹਾਂਜੀ, ਪਰ ਤੁਹਾਡਾ ਜਿਹੜਾ ਹੈ ਨਾ ਕਿ ਇਹੀ ਇੱਕ ਠੀਕ ਤਰੀਕਾ ਹੈ, ਉਹ ਨਹੀਂ ਜੇ ਚੱਲਣਾ। ਸੋਸ਼ਲ ਇੰਗੇਜਮੈਂਟ ਦਾ ਪਹਿਲਾ ਰੂਲ ਹੀ ਇਹ ਹੈ, ਗਿਵ ਐਂਡ ਟੇਕ, ਲੈਣ ਦੇਣ। ਕਿਹਦੇ ਨਾਲ ਕਰਦੇ ਹੋ? ਉਹ ਮੈਂ ਕੱਲ੍ਹ ਵੀ ਗੱਲ ਕੀਤੀ ਸੀ ਨਾ, ਜਦੋਂ ਬਜ਼ੁਰਗੀ ਦੀ ਅਵਸਥਾ 'ਚ ਜੇ ਅਸੀਂ ਕਿਧਰੇ ਪ੍ਰਾਈਵੇਟ ਫ੍ਰੀ ਟਾਈਮ ਦੇ ਲਈ ਜਾਂ ਚੈਰਿਟੀ ਦੇ ਲਈ ਜਾਂਦੇ ਹਾਂ, ਅਤੇ ਉੱਥੇ ਆਪਣੇ ਪੁਰਾਣੇ ਰੁਤਬੇ, ਆਪਣੀਆਂ ਪੁਰਾਣੀਆਂ ਆਦਤਾਂ ਲੈ ਕੇ ਜਾਂਦੇ ਹਾਂ। ਇਹ ਨਹੀਂ, ਕਿਉਂਕਿ ਉਹ ਸਾਰਿਆਂ ਦੀਆਂ ਹੀ ਹੈਗੀਆਂ। ਉੱਥੇ ਫਿਰ ਤੁਹਾਨੂੰ ਉਸ ਕੰਮ ਵੱਲ ਧਿਆਨ ਦੇਣਾ ਪੈਣਾ ਕਿ ਜੇ ਮੈਂ ਲੈਕਚਰ ਵੀ ਦਿੰਦਾ, ਬੜੇ ਕੰਪਲੀਕੇਟਡ ਇੰਗਲਿਸ਼ ਭਾਸ਼ਾ ਵਿੱਚ ਹੀ ਜ਼ਿਆਦਾ ਹੁੰਦੇ, ਕਦੇ ਡੈਨਿਸ਼ 'ਚ ਵੀ, ਉਹਨਾਂ ਵਿੱਚੋਂ ਫਿਰ ਉਹੀ ਆਉਂਦਾ ਕਿ ਸਵਾਲ ਪੁੱਛਣ ਵਾਲੇ ਹਰ ਤਰ੍ਹਾਂ ਦੇ ਮਨੁੱਖ ਹੁੰਦੇ ਆ, ਕਿ ਉਹਦੇ ਵਿੱਚ ਕਈ ਵਾਰ ਚਿੜ ਵੀ ਚੜ ਰਹੀ ਹੁੰਦੀ ਹੈ ਕਿ ਯਾਰ ਮੈਂ ਨਹੀਂ ਗੱਲ ਕੀਤੀ, ਹਾਲੇ ਤੱਕ ਤੈਨੂੰ ਸਮਝ ਹੀ ਨਹੀਂ ਲੱਗੀ। ਪਰ ਨਹੀਂ, ਇਹ ਮਨੁੱਖ ਨੂੰ ਸੋਸ਼ਲ ਇੰਗੇਜਮੈਂਟ ਦੇ ਵਿੱਚ ਦੂਜੇ ਨੂੰ ਸੁਣਨਾ ਤੇ ਦੂਜੇ ਨੂੰ ਦੇਖਣਾ ਕਿ ਉਹਦੇ ਜਿਹੜਾ ਬਿਹੇਵੀਅਰ ਚੱਲ ਰਿਹਾ, ਜੇ ਉਹ ਮੇਰੇ ਨਾਲ ਗੁੱਸਾ ਵੀ ਕਰ ਰਿਹਾ, ਉਹ ਕਿੱਥੋਂ ਆ ਰਿਹਾ। ਸਾਰੀ ਮੈਂ ਏਜਿੰਗ ਦੀ ਗੱਲ ਉਹੀ ਲੈ ਕੀਤੀ ਕਿ ਕੋਈ ਐਨੇਮੀ ਨਹੀਂ, ਇੰਜੀ ਕੋਈ ਵੀ ਮਨੁੱਖ ਈਵਲ ਨਹੀਂ। ਉਹ ਤੁਹਾਨੂੰ ਜਦੋਂ ਕੋਈ ਮਾੜਾ ਬਿਹੇਵ ਵੀ ਕਰ ਰਿਹਾ, ਉਹ ਕਿਹੜੀ ਥਾਂ ਤੋਂ ਆ ਰਿਹਾ, ਉਹਦਾ ਵੀ ਪੱਖ ਸੋਚਣਾ। ਉਹ ਮੇਰੇ ਬਾਰੇ ਕਈ ਵਾਰ ਮੈਂ ਉਹਨੂੰ ਕੰਪਲੀਮੈਂਟ ਵੀ ਮੰਨ ਲੈਂਦਾ ਹੁੰਦਾ, ਅਤੇ ਕਈ ਵਾਰੀ ਮੇਰਾ ਕ੍ਰਿਟਿਸਿਜ਼ਮ ਵੀ ਹੁੰਦਾ ਕਿ ਤੁਸੀਂ ਨਾ ਬਹੁਤ ਹੀ ਫੇਅਰਨੈਸ ਦੇ ਵਿੱਚ ਬਿਲੀਵ ਕਰਦੇ ਹੋ, ਅਤੇ ਵੀ ਦੋਵੇਂ ਪਾਸਿਆਂ ਨੂੰ ਇੱਕੋ ਜਿਹਾ ਟਰੀਟ ਕਰਨਾ। ਅਤੇ ਖਾਸ ਕਰਕੇ ਘਰ ਦੇ ਮਾਮਲੇ 'ਚ ਘਰ ਦੇ ਬੱਚਿਆਂ ਨੇ ਕਈ ਵਾਰ ਰਿਐਕਟ ਕੀਤਾ ਕਿ ਨਹੀਂ, ਤੁਹਾਨੂੰ ਸਾਈਡ ਲੈਣੀ ਚਾਹੀਦੀ ਹੈ। ਸਾਡੀ ਕੌਣ ਸਾਈਡ ਲਏਗਾ? ਕਿਉਂਕਿ ਆਸੇ ਪਾਸੇ ਸਾਰਾ ਕੁਝ ਉਹ ਹੀ ਦਿਸਦਾ ਪਿਆ ਨਾ ਮਾਹੌਲ ਦਾ, ਕਿ ਵੀ ਸਾਰੀ ਚੀਜ਼ਾਂ ਸਾਈਡ ਲਈਆਂ ਜਾਂਦੀਆਂ ਕਿ ਮੇਰਾ ਪੁੱਤ, ਮੇਰੀ ਧੀ ਜਿਹੜੀ ਉਹ ਤਾਂ ਐਬਸੋਲੂਟ ਹੈ, ਦੁੱਧ ਦੀ ਧੋਤੀ ਹੈ, ਅਤੇ ਸਾਰਾ ਈਵਲ ਹੀ ਦੂਜੇ ਵਿੱਚ ਹੈ। ਮੈਂ ਕੋਸ਼ਿਸ਼ ਕਰਦਾ ਕਿ ਆਪਣੀ ਜ਼ਿੰਦਗੀ ਦੇ ਮਸਲਿਆਂ ਵਿੱਚ ਵੀ ਜੇ ਕਿਸੇ ਨੇ ਮੇਰੇ ਨਾਲ ਜ਼ਿਆਦਤੀ ਵੀ ਕੀਤੀ ਹੈ, ਤੇ ਮੈਨੂੰ ਉਹਦਾ ਪੱਖ ਸੋਚਣਾ ਪਏਗਾ ਕਿ ਕਿਉਂ ਜ਼ਿਆਦਤੀ ਹੋਈ। ਹਾਂਜੀ, ਜਿਵੇਂ ਬਦਲੇ ਦੀ ਭਾਵਨਾ ਮੇਰੇ ਸੋਸ਼ਲ ਲਾਈਫ ਦੇ ਵਿੱਚ ਕਦੇ ਵੀ ਨਹੀਂ ਆਈ। ਜਿੰਨੇ ਵੀ ਕਿਸੇ ਨੇ ਵੱਡੀ ਤੋਂ ਵੱਡੀ ਵੀ ਜੇ ਮੈਨੂੰ ਲੱਗਦੀ ਹੋਵੇ ਜ਼ਿਆਦਤੀ ਹੋਈ, ਉਹਨਾਂ ਤੋਂ ਬਦਲਾ ਲੈਣਾ ਕਿ ਮੈਂ ਉਹਨੂੰ ਪਨਿਸ਼ਮੈਂਟ ਕਰਨਾ। ਇੱਕ ਮੇਰੇ ਦੂਰ ਦੇ ਰਿਸ਼ਤੇਦਾਰ ਨੇ ਮੇਰੀ ਸਾਰੀ ਉਮਰ ਦੀ ਕਮਾਈ, ਜਿਹਦੇ ਨਾਲ ਮੈਂ ਆਪਣਾ ਬੁਢੇਪਾ ਥੋੜ੍ਹਾ ਜਿਹਾ ਚੰਗਾ ਜਿਉਣ ਦਾ ਪਲਾਨ ਕੀਤਾ ਸੀ, ਉਹ ਕਿਸੇ ਧੋਖੇ ਨਾਲ ਥੋੜ੍ਹਾ ਜਿਹਾ ਲਾਲਚ ਦੇ ਕੇ ਸਾਰੀ ਚੋਰੀ ਕਰ ਲਈ। ਬਦਲਾ ਮੈਂ ਉਹਦੇ ਕੋਲੋਂ ਵੀ ਨਹੀਂ ਲੈ ਸਕਿਆ, ਨਾ ਹੀ ਲੈਣ ਦੀ ਭਾਵਨਾ ਆਈ। ਭਾਵਨਾ ਇਹੀ ਆਈ ਕਿ ਉਹ ਕਿਵੇਂ ਮੈਂ ਉਹਦੇ ਕੋਲੋਂ ਪੈਸੇ ਵਾਪਸ ਲਵਾਂ, ਮਿਲੇ ਤੇ ਨਹੀਂ। ਹਾਂਜੀ, ਉਹ ਆਪਣੀਆਂ ਕਰਤੂਤਾਂ ਕਰਕੇ ਵਿੱਚ ਚੱਲ ਵਸਿਆ ਵੀ ਹੈ। ਪਰ ਇਹ ਚੀਜ਼ਾਂ ਕਿ ਅਸੀਂ ਦੂਜੇ ਨੂੰ
ਕਿਵੇਂ ਪਛਾਣੀਏ, ਦੂਜੇ ਦੀ ਆਵਾਜ਼ ਕਿਵੇਂ ਸੁਣੀਏ, ਤਾਂ ਹੀ ਸਾਡੀ ਆਵਾਜ਼ ਸੁਣੀ ਜਾਣੀ ਹੈ ਜੇ ਕੋਈ ਸਾਡੇ ਕੋਲ ਕਹਿਣ ਜੋਗਾ ਹੈਗਾ। ਤੇ ਉਹੀ ਫਿਰ ਉਹ ਵਿਕਾਰਾਂ ਵਾਲੇ ਤੇ ਬਿਹੇਵੀਅਰ ਦਾ ਆ ਜਾਂਦਾ, ਉਹ ਮੈਨੂੰ ਕਦੇ ਨਹੀਂ ਗੁੱਸਾ ਆਉਂਦਾ ਜਦ ਤੱਕ ਮੈਨੂੰ ਕੋਈ ਪ੍ਰਵੋਕ ਨਾ ਕਰੇ। ਹਾਂਜੀ, ਮੈਨੂੰ ਕੋਈ ਲਾਲਚ ਨਹੀਂ ਜਦ ਤੱਕ ਕੋਈ ਵੱਡਾ ਆ ਨਾ ਜਾਵੇ। ਜਿਵੇਂ ਕਦੇ ਕਦੇ ਕੋਈ ਮੈਨੂੰ ਪੁੱਛਦਾ, ਸੁਰੇਸ਼ ਜੀ ਤੁਸੀਂ ਜ਼ਿੰਦਗੀ 'ਚ ਕਦੇ ਕਿਸੇ ਲਾਲਚ ਤੇ ਨਹੀਂ ਵਿਕੇ ਜਾਂ ਡਿੱਗੇ ਨਹੀਂ? ਮੈਂ ਕਿਹਾ ਸ਼ਾਇਦ ਵੀ ਹਾਲੇ ਮੇਰਾ ਟੈਸਟ ਨਹੀਂ ਹੋਇਆ ਕਿਸੇ ਉਸ ਪੱਧਰ ਦਾ। ਟੈਸਟ ਦੇ ਨਾਲ ਜਿਹੜੀ ਸਿਚੁਏਸ਼ਨ ਹੈ ਇਹ ਬਾਇਓਲੋਜੀ ਵਾਲੀ, ਉਹੀ ਹੈਲਥ ਦੀ ਸਿਚੁਏਸ਼ਨ। ਹੈਲਥ ਜਿਹੜੀ ਹੈ ਡੇਲੀ ਬੇਸਿਸ ਤੇ ਚੱਲ ਰਹੀ ਹੁੰਦੀ ਹੈ, ਪਰ ਜਦੋਂ ਕੋਈ ਨਵਾਂ ਸਟ੍ਰੈਸਫੁਲ ਸਿਚੁਏਸ਼ਨ ਆਉਂਦੀ ਹੈ, ਭਾਵੇਂ ਉਹ ਮਾਨਸਿਕ ਸਟ੍ਰੈਸ ਹੋਵੇ, ਭਾਵੇਂ ਫਿਜ਼ੀਕਲ ਸਟ੍ਰੈਸ ਹੋਵੇ, ਜਿਵੇਂ ਹੁਣ ਕਰੋਨਾ ਦੀ ਸਟ੍ਰੈਸ ਹੈ, ਇਹਦੇ 'ਚ ਕੌਣ ਮਰ ਰਹੇ ਨੇ ਜ਼ਿਆਦਾ? ਕਿਉਂ ਬਜ਼ੁਰਗ ਮਰ ਰਹੇ ਨੇ? ਕਿਉਂਕਿ ਉਹਨਾਂ ਦਾ ਬੇਸਿਕ ਸਟ੍ਰੈਸ ਟੋਲਰੈਂਸ ਦੀ ਹੋਮਿਓਡਾਇਨਾਮਿਕਸ ਹੀ ਸੁਕੜ ਗਈ ਹੋਈ ਹੈ। ਉਹੀ ਹਾਲਤ ਜਿਹੜੀ ਹੈ ਸਾਡੇ ਵਿਵਹਾਰਾਂ ਦੇ ਵਿੱਚ ਵੀ ਆਉਂਦੀ ਹੈ ਕਿ ਸਾਡਾ ਅਸਲੀ ਟੈਸਟ ਉਦੋਂ ਹੀ ਆਉਂਦਾ ਹੈ ਕਿ ਜਦੋਂ ਸਾਡੇ ਉੱਤੇ ਕੋਈ ਚੁਣੌਤੀ ਆਉਂਦੀ ਹੈ, ਸਟ੍ਰੈਸ ਆਉਂਦੀ ਹੈ। ਉਦੋਂ ਕਿਵੇਂ ਹੁੰਦੇ? ਮੈਨੂੰ ਉਦੋਂ ਤੱਕ ਗੁੱਸਾ ਨਹੀਂ ਚੜ੍ਹਦਾ ਜਦ ਤੱਕ ਮੈਨੂੰ ਕੋਈ ਪ੍ਰਵੋਕ ਨਾ ਕਰੇ। ਲੈ ਇਹ ਕੀ ਗੱਲ ਹੋਈ? ਪਰ ਟੈਸਟ ਤੇ ਉਦੋਂ ਹੀ ਹੋਣਾ ਕਿ ਤੁਸੀਂ ਗੁੱਸੇ ਨੂੰ ਕਿਵੇਂ ਹੈਂਡਲ ਕਰਦੇ ਹੋ ਜਾਂ ਨਹੀਂ ਕਰਦੇ ਪਏ। ਸੋ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਹੈ ਇਹ ਫੇਅਰਨੈਸ ਦੀ ਗੱਲ, ਕਿ ਸੋਸ਼ਲ ਇੰਗੇਜਮੈਂਟ ਦੇ ਵਿੱਚ ਮਿਊਚੁਅਲ ਰਿਸਪੈਕਟ, ਮਿਊਚੁਅਲ ਐਕਸੈਪਟੈਂਸ, ਮਿਊਚੁਅਲ ਫੇਅਰਨੈਸ, ਇਹ ਚੀਜ਼ਾਂ ਦੀ ਬੜੀ ਹੋਈ ਲੋੜ ਹੈ। ਪਰ ਉਹ ਕਿਵੇਂ ਆਉਂਦੀਆਂ? ਉਹ ਆਉਂਦੀਆਂ ਨੇ ਵਿਸ਼ਾਲ ਐਕਸਪੋਜ਼ਰ ਦੇ ਨਾਲ, ਕਿ ਜੇ ਤੁਸੀਂ ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਮਨੁੱਖਾਂ ਨੂੰ ਮਿਲਣ ਦਾ ਮੌਕਾ ਮਿਲਿਆ, ਭਾਵੇਂ ਉਹ ਸਫ਼ਰ ਦੇ ਰਾਹੀਂ ਜਾਂ ਆਪਣੀ ਪੜ੍ਹਾਈਆਂ ਦੇ ਰਾਹੀਂ ਜਾਂ ਕਿਤਾਬਾਂ ਰਾਹੀਂ, ਕਿ ਇਹਦੇ ਨਾਲ ਉਹ ਸਮਝ ਆਉਂਦੀ ਹੈ ਕਿ there is no one right way। ਜਿਉਣ ਦਾ ਕੋਈ ਇੱਕ ਠੀਕ ਐਬਸੋਲੂਟ ਤਰੀਕਾ ਨਹੀਂ, ਤੇ ਨਾ ਹੀ ਜੇ ਜਿਹੜਾ ਹੁਣ ਠੀਕ ਲੱਗਦਾ ਉਹ ਹੋਰ ਅਗਲੇ ਪਲਾਂ ਦੇ ਵਿੱਚ, ਅਗਲੇ ਸਾਲਾਂ ਵਿੱਚ ਠੀਕ ਲੱਗੇ। ਇਹ ਜਿਹੜੀ ਰੀਅਲਾਈਜੇਸ਼ਨ ਕਰਨੀ ਹੁੰਦੀ ਹੈ ਨਾ ਕਿ ਡਿਫਰੈਂਸਿਸ, ਵੀ ਆਰ ਆਲ ਯੂਨੀਕ, ਅਸੀਂ ਸਾਰੇ ਇੰਡੀਵਿਜੂਅਲ ਆ। ਇਹਦੀ ਬਾਇਓਲੋਜੀ ਦੇ ਵਿੱਚ ਗੱਲ ਮੈਂ ਕਿੰਨੀ ਕਰ ਚੁੱਕਾ, ਇਹੀ ਹੁਣ ਸੋਸ਼ੀਓਲੋਜੀ ਦੀ ਗੱਲ ਹੋ ਰਹੀ ਹੈ ਕਿ ਅਸੀਂ ਸਾਰੇ ਹੀ ਠੀਕ ਹਾਂ। ਉਹਦੇ ਵਿੱਚ ਫਲੂਇਡਿਟੀ ਹੈ, ਪਰ ਹਾਂ ਸਾਨੂੰ ਕਈ ਵਾਰੀ ਕੰਪਰੋਮਾਈਜ਼ ਕਰਨਾ ਪੈਂਦਾ ਕਿ ਅਸੀਂ ਕਿਹੜੇ ਸਮਾਜ ਵਿੱਚ ਆ, ਕਿਹੜੇ ਲਾਜ਼ ਫੋਲੋ ਕਰ ਰਹੇ ਹਾਂ। ਪਰ ਉਹਦੇ ਲਈ ਇਹ ਵਰਲਡ ਟਰੈਵਲ ਹਮੇਸ਼ਾ ਬੜੀ ਮਿਹਨਤ, ਬੜਾ ਫਾਇਦਾ ਦਿੰਦੇ ਨੇ, ਕਿ ਜੋ ਤੁਸੀਂ ਦੇਖਦੇ ਹੋ ਕਿ ਦੁਨੀਆ 'ਚ ਕੋਈ ਇੱਕੋ ਹੀ ਤਰੀਕਾ ਨਹੀਂ ਹੈਗਾ ਜਿਉਣ ਦਾ। ਹੁਣ ਵਰਲਡ ਟਰੈਵਲ ਜਿਹੜਾ ਨਾ, ਕਿਹਾ ਤਾਂ ਇਹ ਜਾਂਦਾ ਸੀ ਕਿ ਵੀ ਜਿੰਨਾ ਤੁਸੀਂ ਸਫ਼ਰ ਕਰੋਗੇ ਉਹਦੇ ਨਾਲ ਤੁਹਾਡਾ ਦਿਮਾਗ ਖੁੱਲ੍ਹਦਾ। ਉਹ ਦੋ ਤਰ੍ਹਾਂ ਦੇ ਉਹਦੇ 'ਤੇ ਨਤੀਜੇ ਨਿਕਲ ਸਕਦੇ ਹੁੰਦੇ ਨੇ। ਕਈ ਵਾਰ ਤਾਂ ਦਿਮਾਗ ਖੁੱਲ੍ਹਦਾ ਕਿ ਹਾਂ ਭਾਈ ਹਰ ਤਰ੍ਹਾਂ ਦੀ ਰਹਿਣ ਸਹਿਣ, ਭੋਜਨ, ਪਹਿਰਾਵਾ, ਸੈਕਸ ਲਾਈਫ, ਹਰ ਤਰ੍ਹਾਂ ਦੀ ਵੇਰੀਏਸ਼ਨ ਪੋਸੀਬਲ ਹੈ, ਤੇ ਜਿਹਨੂੰ ਜੋ ਲੱਗ ਰਹੀ ਹੈ ਉਹਦਾ ਹੱਕ ਉਹਨੂੰ ਹੈਗਾ ਉਸੇ ਤਰ੍ਹਾਂ ਜਿਉਣ ਦਾ। ਜਾਂ ਦੂਜਾ ਹੁੰਦਾ ਕਿ ਵਰਲਡ ਟਰੈਵਲ ਤੋਂ ਬਾਅਦ ਲੱਗਦਾ ਇਹ ਤੇ ਸਾਰੇ ਘਟੀਆ, ਸਾਰੇ ਹੀ ਵਾਹੀਆ, ਵੇਖਿਆ ਮੈਂ ਕਿੱਡਾ ਵਧੀਆ। ਉਹ ਵੀ ਤਰੀਕਾ ਹੁੰਦਾ। ਉਹ ਹਿੰਦੁਸਤਾਨੀ ਗਰੁੱਪ ਟੂਰਿਜ਼ਮ 'ਚ ਕਈ ਵਾਰ ਦਿਸਦਾ, ਜਿਹੜੇ ਆਉਂਦੇ ਨੇ ਨਾ ਖਾਸ ਕਰਕੇ ਭੋਜਨ ਦੇ ਮਾਮਲੇ 'ਚ ਦੇਖਣ ਤੇ ਆਉਂਦੇ ਨੇ। ਮੈਂ ਲੰਡਨ ਤੇ ਪੈਰਿਸ ਤੇ ਜਰਮਨੀ ਤੇ ਇਹ ਦੇਖਣੀਆਂ ਚੀਜ਼ਾਂ, ਹਰ ਥਾਂ ਤੇ ਰੋਟੀ ਉਹੀ ਆਪਣੀ ਹਿੰਦੁਸਤਾਨੀ ਹੀ ਲੱਭਣਗੇ। ਕੋਸ਼ਿਸ਼ ਹੀ ਨਹੀਂ ਕਰਨੀ ਕਿ ਕੋਈ ਨਵੇਂ ਦੂਜੇ ਕਲਚਰ ਦੀ ਭੋਜਨ ਨੂੰ ਕਦੇ ਟੇਸਟ ਵੀ ਕਰ ਲਓ। ਨਹੀਂ ਪਸੰਦ ਆਏਗਾ ਦੁਬਾਰਾ ਨਾ ਖਾਣਾ, ਪਰ ਆਪਣੇ ਥੋੜ੍ਹਾ ਦਿਮਾਗ ਦੇ ਬੂਹੇ ਤੇ ਖੋਲੋ। ਤੇ ਉਹ ਬੂਹੇ ਖੋਲ੍ਹਣੇ ਸਿਰਫ ਭੋਜਨ ਦੇ ਮਾਮਲੇ 'ਚ ਨਹੀਂ, ਉਹ ਸਾਡੇ ਹਰ ਵਿਵਹਾਰ ਦੇ ਮਾਮਲੇ 'ਚ ਨੇ। ਜਿੰਨੇ ਸਾਡੇ ਬੂਹੇ ਖੁੱਲ੍ਹੇ ਹੋਣਗੇ, ਜਿੰਨੇ ਅਸੀਂ ਇੱਕ ਦੂਜੇ ਨੂੰ ਦੇਖਾਂਗੇ, ਜਿੰਨਾ ਅਸੀਂ ਇੱਕ ਦੂਜੇ ਦੇ ਨਾਲ ਇੰਟਰੈਕਟ ਕਰ ਸਕੇ, ਉਹਨੂੰ ਐਕਸੈਪਟੈਂਸ ਦੇਵਾਂਗੇ, ਓਨਾ ਉਹ ਵੀ ਤੁਹਾਨੂੰ ਵੀ ਦੇਣਗੇ। ਮੈਂ ਤਾਂ ਇੰਝ ਜਿਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਦੂਜੇ ਮਨੁੱਖਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਨੇ ਤੇ ਆਪਣੀ ਖਮਤਾ, ਆਪਣੀ ਹਿੰਮਤ ਦੇ ਅਨੁਸਾਰ ਉਹਦਾ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਜੇ ਡਿਸਐਗਰੀਮੈਂਟ ਹੈ, ਮੈਨੂੰ ਕਦੇ ਕਿਸੇ ਨਾਲ ਕੋਈ ਭੈੜਾ ਤਜਰਬਾ ਨਹੀਂ ਹੋਇਆ, ਮੈਨੂੰ ਕਦੇ ਕਿਸੇ ਨੇ ਕੋਈ ਗਾਲ ਨਹੀਂ ਕੱਢੀ। ਜਿੰਨਾ ਮਰਜ਼ੀ ਡਿਸਐਗਰੀਮੈਂਟ ਹੋਵੇ, ਪਰ ਉਹਦੇ ਵਿੱਚ ਹੈਗਾ ਇਹੀ ਹੈ ਕਿ ਤੁਸੀਂ ਹਾਊ ਡੂ ਯੂ ਬ੍ਰਿੰਗ ਦ ਬੈਸਟ ਇਨ ਦ ਅਦਰ ਪਰਸਨ। ਇੱਕ ਅਮਰੀਕਨ ਫਿਲਮ ਸੀ, ਪਤਾ ਨਹੀਂ ਕੀ ਨਾਂ ਸੀ ਉਹਦਾ, ਗੁੱਡਵਿਲ ਹੰਟਿੰਗ ਜਾਂ ਕੁਝ ਹੋਰ, ਉਹ 'ਚੋਂ ਕਹਿੰਦਾ ਵੱਡਾ ਐਕਟਰ ਸ਼ਾਇਦ ਰੋਬਰਟ ਡੀ ਨੀਰੋ ਹੈ ਕਿ ਜੈਕ ਨਿਕਲ, ਕਿ ਯੂ ਬ੍ਰਿੰਗ ਦ ਬੈਸਟ ਆਊਟ ਆਫ ਮੀ। ਇਹ ਹੈ ਦੋਸਤੀ ਦੀ ਨਿਸ਼ਾਨੀ। ਯੂ ਬ੍ਰਿੰਗ ਦ, ਤੂੰ ਮੇਰੇ ਵਿੱਚੋਂ ਮੇਰਾ ਜਿਹੜਾ ਬੈਸਟ ਹੈ ਉਹਨੂੰ ਪੁੰਗਰਨ ਦਾ ਸਮਾਧਾਨ ਦਿੰਦੇ ਹੋ। ਇਹ ਹੁੰਦੀ ਹੈ ਦੋਸਤੀ, ਕਿ ਦੂਜੇ ਦੇ ਬੈਸਟ ਨੂੰ ਅਪਰੋਚ ਕਰਨਾ। ਜੇ ਤੁਹਾਡੀ ਪ੍ਰੈਜ਼ੈਂਸ ਦੇ ਵਿੱਚ, ਜੇ ਮੇਰੀ ਪ੍ਰੈਜ਼ੈਂਸ ਵਿੱਚ ਦੂਜਾ ਆਪਣੇ ਆਪ ਨੂੰ ਕਿਸੇ ਲੈਵਲ 'ਤੇ ਹੀਣ ਸਮਝਦਾ ਪਿਆ ਨਾ, ਉਹ ਮੈਨੂੰ ਤਾਂ ਆਉਂਦਾ ਹੀ ਨਹੀਂ, ਮੇਰੀ ਇਹਨਾਂ ਨੇ ਮਿੱਟੀ ਪਲੀਤ ਕਰਤੀ, ਮੈਨੂੰ ਸ਼ਰਮਿੰਦਾ ਕਰਤਾ, ਇਹ ਤੁਹਾਡੇ ਆਪਣੇ ਹੀਣਤਾ ਦੀ ਨਿਸ਼ਾਨੀ ਹੈ। ਪਰ ਜੇ ਮੈਂ ਕਿਸੇ ਦੇ ਵਿੱਚੋਂ ਉਹਦਾ ਬੈਸਟ ਐਮਰਜ ਕਰਵਾ ਸਕਦਾ, ਜਾਂ ਕੋਈ ਮੇਰੇ ਨਾਲ ਮਿਲ ਕੇ ਮੇਰੇ ਵਿੱਚੋਂ ਜੋ ਜਿਹੜੇ ਚੰਗੇ ਗੁਣ ਨੇ ਉਹਨਾਂ ਨੂੰ ਪ੍ਰਗਟਾਉਣ ਦੇ ਲਈ ਮੈਨੂੰ ਮੌਕਾ ਦੇ ਸਕਦਾ, ਇਹ ਹੈ ਸੋਸ਼ਲ ਐਂਡ ਮੈਂਟਲ ਇੰਗੇਜਮੈਂਟ। ਅਤੇ ਇਹਨਾਂ ਕਨਵਰਸੇਸ਼ਨਸ ਦੇ ਵਿੱਚ ਇੱਕ ਬੜਾ ਵੱਡਾ ਇਸ਼ੂ ਹੈ ਟਰਸਟ ਦਾ,
ਕਿ ਇਹ ਸਾਰੀਆਂ ਚੀਜ਼ਾਂ ਤਾਂ ਹੀ ਹੁੰਦੀਆਂ ਜੇ ਵਿਸ਼ਵਾਸ ਹੋਵੇ ਇੱਕ ਦੂਜੇ ਦੇ ਉੱਤੇ। ਮੇਰੀ ਫਿਰ ਨਜ਼ਰ ਚਲੀ ਗਈ ਟਾਈਮ ਵੱਲ ਕਿ ਟਰਸਟ ਜਿਹੜੀ ਹੈ ਕਿੱਡੀ ਇੰਪੋਰਟੈਂਟ ਇਸ਼ੂ ਹੈ ਸਾਡੀ ਜ਼ਿੰਦਗੀ 'ਚ। ਉਹਦੇ ਬਾਰੇ ਫਿਰ ਹੁਣ ਕੱਲ੍ਹ ਹੀ ਗੱਲ ਕਰਨੀ ਪਏਗੀ, ਕਿਉਂਕਿ ਜਦੋਂ ਵੀ ਵਰਲਡ ਦੇ ਸਰਵੇ ਹੋਏ ਨੇ ਨਾ ਕਿ ਕਿਹੜੇ ਦੇਸ਼ਾਂ 'ਚ ਲੋਕਾਂ ਨੂੰ ਇੱਕ ਦੂਜੇ ਉੱਤੇ ਕਿੰਨਾ ਕੁ ਵਿਸ਼ਵਾਸ ਕਰਨ ਦੀ क्षमता ਹੈ, ਹਾਂਜੀ, ਕਿ ਅਸੀਂ ਕਿੰਨਾ ਕੁ ਵਿਸ਼ਵਾਸ ਕਰਦੇ ਹਾਂ ਦੂਜੇ ਦੇ ਉੱਤੇ, ਉਹਨਾਂ ਵਿੱਚੋਂ ਜਿਵੇਂ ਸਕੈਂਡੀਨੇਵੀਅਨ ਦੇਸ਼, ਡੈਨਮਾਰਕ ਵਗੈਰਾ ਜੇ 100 ਟੌਪ ਦੇ ਦੇਸ਼ ਹੋਣ ਤੇ ਉਹਨਾਂ ਵਿੱਚੋਂ ਇਹ ਪਹਿਲੇ 5 3 4 ਦੇਸ਼ਾਂ 'ਚ ਆਉਂਦੇ ਕਿ ਆਲਮੋਸਟ 90% ਟਰਸਟ ਵੈਲਿਊ ਹੈ। ਹਿੰਦੁਸਤਾਨ ਪਹਿਲੇ 100 'ਚ ਕਿਧਰੇ ਵੀ ਆਉਂਦਾ ਹੀ ਨਹੀਂ, ਅਸੀਂ ਕਿਸੇ ਨੂੰ ਟਰਸਟ ਹੀ ਨਹੀਂ ਕਰਦੇ। ਉਹਦੇ ਰੀਜ਼ਨਸ ਨੇ, ਉਹ ਕੱਲ ਫਿਰ ਸ਼ਾਇਦ ਗੱਲ ਕਰ ਲਾਂਗੇ। ਹਾਲੀ ਤੱਕ ਵੀ 40 ਸਾਲ ਹੋ ਗਏ ਨੇ ਆਲਮੋਸਟ ਮੈਨੂੰ ਯੂਰਪ 'ਚ ਰਹਿੰਦੇ ਆ, ਹਾਲੀ ਵੀ ਉਹ ਜਿਹੜਾ ਹਿੰਦੁਸਤਾਨ ਦੀ ਬ੍ਰਿੰਗਿੰਗ ਅਪ ਹੈ ਨਾ, ਟਰਸਟ ਨਾ ਕਰਨਾ, ਟੈਕਸੀ ਵਾਲਾ ਜਰਾ ਕਿ ਮੇਰੇ ਜਾਣੂ ਪਛਾਣੂ ਇਲਾਕੇ ਦੀ ਸੜਕ ਤੋਂ ਦੂਜੀ ਲੈ ਲਵੇ ਨਾ, ਉਹ ਕਰ ਲਿਆ ਹੋਏ, ਮੈਨੂੰ ਧੋਖਾ ਦੇਣ ਲੱਗਾ ਹੋਏ। ਕਿਉਂ ਬਈ? ਉਹ ਟਰਸਟ ਕਿਉਂ ਨਹੀਂ ਕਰਦੇ? ਉਹਦੇ ਰੀਜ਼ਨਸ ਕੀ ਨੇ? ਕਿਉਂਕਿ ਸਾਨੂੰ ਦਿਸਦੇ ਹੀ ਨਹੀਂ। ਕਿਹਦੇ ਤੇ ਕਰੀਏ? ਜਿਉਂਦੀ ਐਗਜ਼ਾਮਪਲਾਂ ਹੀ ਨਹੀਂ ਮਿਲਦੀਆਂ। ਉਹੀ ਜਿਹੜੀ ਆ ਗਈ ਕਿ ਜੇ ਮੈਂ ਆਪਣੇ ਬੱਚੇ ਨੂੰ ਕੋਈ ਚੰਗੀਆਂ ਚੀਜ਼ ਸਿਖਾਉਣੀਆਂ ਸੀ, ਫਿਰ ਮੈਨੂੰ ਖੁਦ ਚੰਗੀਆਂ ਉਹ ਚੀਜ਼ਾਂ ਜਿਹਦੇ ਤੇ ਮੈਨੂੰ ਲੱਗਦੀਆਂ ਚੰਗੀਆਂ ਉਹ ਜਿਉਂ ਕੇ ਦਿਖਾਉਣੀਆਂ ਪੈਂਦੀਆਂ। ਕਈ ਥਾਵਾਂ ਤੇ ਸਫਲ ਹੋਇਆ, ਕਈਆਂ ਤੇ ਨਹੀਂ ਸਫਲ ਹੋਇਆ ਹੋਵਾਂਗਾ, ਇਹ ਤੇ ਉਹੀ ਦੱਸੇਗਾ, ਨਰੇਸ਼ ਦੱਸੇ ਜਦੋਂ ਕਦੇ ਉਹ ਗੱਲ ਕਰੇਗਾ। ਪਰ ਕੱਲ ਅਸੀਂ ਟਰਸਟ ਤੋਂ ਗੱਲ ਸ਼ੁਰੂ ਕਰਾਂਗੇ। ਪਰ ਨਾਲ ਇਹ ਵੀ ਮੈਂ ਚਾਹੁੰਦਾ ਥੋੜ੍ਹਾ ਜਿਹਾ ਜਵਾਬ ਕਿ ਜੇ ਸਾਇੰਸ ਕੋਲ, ਮੇਰੇ ਕੋਲ ਕਿਸੇ ਤੁਹਾਡੇ ਇੱਕ ਸਰੀਰ ਦੇ ਹਿੱਸੇ ਨੂੰ ਪਰਫੈਕਟਲੀ ਹੈਲਦੀ ਤੇ ਈਵਨ ਜ਼ਿਆਦਾ ਹੈਲਦੀ ਕਰਨ ਦੀ ਸ਼ਕਤੀ ਹੋਵੇ ਤੇ ਤੁਹਾਨੂੰ ਕਿਹੜਾ ਹਿੱਸਾ ਆਪਣਾ ਨੰਬਰ 1 ਪ੍ਰਾਇੋਰਟੀ ਦੇ ਉੱਤੇ ਚਾਹੀਦਾ ਕਿ ਜਿਹਨੂੰ ਮੈਂ ਐਬਸੋਲੂਟ ਠੀਕ ਕਰਾਂ? ਤੁਸੀਂ ਉਹਦੇ ਲਈ ਮੈਨੂੰ ਮੈਸੇਜ ਲਿਖੋ ਜਾਂ ਫੋਨ ਕਰੋ ਜਾਂ ਕਿਵੇਂ, ਕਿ ਤੁਹਾਡਾ ਫੇਵਰਟ ਹਿੱਸਾ ਜਾਂ ਫੰਕਸ਼ਨ ਕੀ ਹੈ ਜਿਹਨੂੰ ਤੁਸੀਂ ਪਰਫੈਕਟ ਰੱਖਣਾ ਚਾਹੋਗੇ। ਇਹਦੀ ਗੱਲ ਬਣਾਂਗੇ, ਅੱਗੇ ਵਧਾਂਗੇ। ਅੱਜ ਅਸੀਂ ਇੱਥੇ ਗੱਲਾਂ ਕੀਤੀਆਂ ਸੋਸ਼ਲ ਤੇ ਮੈਂਟਲ ਇੰਗੇਜਮੈਂਟ ਦੇ ਵਿੱਚ ਇੱਕ ਦੂਜੇ ਨੂੰ ਕਿਵੇਂ ਦੇਖੋ, ਇੱਕ ਦੂਜੇ ਨੂੰ ਦੇਖੋ, ਉਹਦੇ अंतरात्मा तक देखो। आज की मुलाकात बस इतनी।